ਕਿਸਾਨ ਸੰਘਰਸ਼ ਇਸ ਵਕਤ ਪੂਰੇ ਜੋਬਨ ਤੇ ਹੈ। ਕੱਲ੍ਹ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਤੇ ਪਰਸੋਂ ਦੀ ਇੱਕ ਫੈਸਲਾਕੁਨ ਮੀਟਿੰਗ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਕਿ ਪਰਸੋਂ ਗੱਲ ਆਰਿਆ ਪਾਰ ਹੋ ਜਾਏਗੀ ਤੇ ਬਾਜ ਦੀਆਂ ਅੱਖਾਂ ਜਿਹੜੀਆਂ ਉਹ ਵੇਖ ਰਹੀਆਂ ਕਿ ਕੋਈ ਸ਼ਰਾਰਤੀ ਅਨਸਰ ਬਾਹਰੋਂ ਆ ਕੇ ਜਿਹੜਾ ਵਾ ਉਹ ਕਿਸੇ ਤਰ੍ਹਾਂ ਦਾ ਜਿਹੜਾ ਵਾ ਸਾਡੀ ਸ਼ਾਂਤੀ ਭੰਗ ਨਾ ਕਰੇ, ਕੋਈ ਸ਼ਰਾਰਤ ਨਾ ਕਰੇ, ਜਿਹਦੇ ਨਾਲ ਇਹ ਸਾਡਾ ਜਿਹੜਾ ਸੰਘਰਸ਼ ਹੈ ਉਹਨੂੰ ਬਦਨਾਮ ਕਰਨ ਦਾ ਇੱਕ ਗੋਦੀ ਮੀਡੀਆ ਨੂੰ ਜਿਹੜੇ ਲੱਭ ਰਹੇ ਨੇ, ਕੁਝ ਨਾ ਕੁਝ ਲੱਭ ਰਹੇ ਨੇ, ਪੁੱਟ ਰਹੇ ਨੇ ਕਿ ਇਸ ਨੂੰ ਅਸੀਂ ਕਿਵੇਂ ਬਦਨਾਮ ਕਰੀਏ, ਉਹਨੂੰ ਡਿਫੈਂਡ ਕਰਨ ਦੇ ਲਈ ਡਟ ਕੇ ਖੜੇ ਹੋਏ। ਕੀ ਇਸ ਵਕਤ ਹੁਣ ਪਰਸੋਂ ਨੂੰ 9 ਤਰੀਕ ਨੂੰ ਇੱਕ ਫੈਸਲਾਕੁਨ ਮੀਟਿੰਗ ਹੋਣੀ ਆ। ਕਿਸਾਨ ਆਪਣੀ ਗੱਲ ਤੇ ਅੜੇ ਹੋਏ ਨੇ ਕਿ ਇਹ ਕਾਨੂੰਨ ਦਾ ਵਰਕਾ ਫਾੜੂ। ਬੜੀ ਵਧੀਆ ਗੱਲ ਹੋਏਗੀ ਕਿ ਜਿਹੜੇ ਕਾਨੂੰਨ ਹੈ ਮੁੱਢੋਂ ਖੁੱਡੋਂ ਖਤਮ ਕਰਕੇ ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕਰੋ, ਸਾਰਿਆਂ ਦੇ ਨਾਲ ਠੰਡੇ ਦਿਲ ਦੇ ਨਾਲ। ਕੋਈ ਐਮਰਜੈਂਸੀ ਇਹਦੇ ਵਿੱਚ ਨਹੀਂ, ਕੋਈ ਜਿਹੜਾ ਸਮਾਨ ਨਹੀਂ ਡਿੱਗ ਪੈਣ ਲੱਗਾ ਕਿ ਜੇ ਜਿਹੜਾ ਵਾ ਇੰਨੇ ਚਿਰ ਦਾ ਕੰਮ ਚੱਲਿਆ ਆ ਰਿਹਾ ਸੀ ਹੋਰ 2 ਸਾਲ ਜਿਹੜਾ ਵਾ ਚੱਲੇ। ਟੀਵੀ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਕਿਸਾਨ ਸੰਘਰਸ਼ ਇਸ ਵਕਤ ਪੂਰੇ ਜੋਬਨ ਤੇ ਹੈ। ਕੱਲ੍ਹ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਤੇ ਪਰਸੋਂ ਦੀ ਇੱਕ ਫੈਸਲਾਕੁਨ ਮੀਟਿੰਗ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਕਿ ਪਰਸੋਂ ਗੱਲ ਆਰਿਆ ਪਾਰ ਹੋ ਜਾਏਗੀ। ਕਿਸਾਨਾਂ ਨੇ ਸੰਘਰਸ਼ ਕਰਕੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਸੰਘਰਸ਼ ਕਿਵੇਂ ਹੁੰਦੇ ਨੇ, ਸ਼ਾਂਤੀਪੂਰਨ ਸੰਘਰਸ਼ ਕਿਵੇਂ ਹੁੰਦੇ ਨੇ। ਹਾਲਾਂਕਿ ਪੰਜਾਬੀਆਂ ਦਾ ਖੂਨ ਗਰਮ ਮੰਨਿਆ ਜਾਂਦਾ ਹੈ, ਪਰ ਜਿਸ ਸੂਝ-ਬੂਝ ਤੋਂ ਇਸ ਵਾਰ ਕਿਸਾਨ ਆਗੂਆਂ ਨੇ ਦੇ ਹੋਰ ਲੀਡਰਸ਼ਿਪ ਨੇ ਜੋ ਇਸ ਵਕਤ ਜੋ ਉਹਨਾਂ ਨੇ ਮੁਜ਼ਾਹਰਾ ਕੀਤਾ ਇਸ ਸੂਝ-ਬੂਝ ਦਾ, ਉਸ ਨੇ ਇਹ ਗੱਲ ਦੱਸ ਦਿੱਤੀ ਹੈ ਕਿ ਪੰਜਾਬੀ ਜਿਹੜੇ ਨੇ ਉਹ ਹਰ ਮਹਾਜ ਦੇ ਉੱਤੇ ਜਿਹੜਾ ਮੋਰਚਾ ਸਰ ਕਰਨਾ ਉਹਨਾਂ ਨੂੰ ਆਉਂਦਾ ਹੈ। ਸਮੇਂ ਮੁਤਾਬਕ ਉਹ ਆਪਣੀ ਰਣਨੀਤੀ ਜਿਹੜੀ ਹੈਗੀ ਹੈ ਉਹ ਉਸ 'ਚ ਸੋਧ ਕਰ ਲੈਂਦੇ ਨੇ, ਉਸ ਨੂੰ ਬਦਲ ਲੈਂਦੇ ਨੇ। ਪਰਮਾਤਮਾ ਕਰੇ ਕਿ ਕਿਸਾਨ ਜਿਹੜੇ ਨੇ, ਕਿਸਾਨ ਵੀਰ ਜਿਹੜੇ ਨੇ, ਜਾਂ ਜਿੰਨੇ ਵੀ ਸੰਘਰਸ਼ੀਲ ਲੋਕ ਨੇ ਹੋਰ ਕਿੱਤਿਆਂ ਤੋਂ ਵੀ ਨਾਲ ਸੰਬੰਧਿਤ ਨੇ, ਜਿਹੜੇ ਇਸ ਵਕਤ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਨੇ, ਉਹ ਮੋਰਚਾ ਫਤਿਹ ਕਰਕੇ ਮੁੜਨ। ਪਰ ਇਸ ਦੇ ਨਾਲ ਇੱਕ ਗੱਲ, ਇੱਕ ਡਾਇਲੌਗ ਹੋਰ ਪੂਰੀ ਦੁਨੀਆ 'ਚ ਸ਼ੁਰੂ ਹੋ ਗਿਆ ਹੈ ਕਿ ਕੀ ਜੋ ਸ਼ਾਂਤਮਈ ਸੰਘਰਸ਼ਾਂ ਦਾ ਇਤਿਹਾਸ ਹੈ, ਇਹ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਸ਼ਾਇਦ ਇੱਕੋ ਇੱਕ ਬਹੁਤ ਚਿਰ ਪਿੱਛੋਂ, ਸਦੀਆਂ ਪਿੱਛੋਂ, ਦਹਾਕਿਆਂ ਪਿੱਛੋਂ ਦੇਖਣ ਨੂੰ ਮਿਲਿਆ। ਇਹਦੇ ਸਾਨੂੰ ਗਵਾਹ ਬਣਨ ਦਾ ਜਿਹਦਾ ਮੌਕਾ ਮਿਲਿਆ, ਇਹ ਐਸਾ ਇੱਕ ਸ਼ਾਂਤਮਈ ਸੰਘਰਸ਼ ਸੀ ਜਿਹੜਾ ਪੰਜਾਬੀਆਂ ਨੇ, ਪੰਜਾਬ ਦੇ ਕਿਸਾਨ ਵੀਰਾਂ ਨੇ, ਹੋਰ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸਿਰੇ ਚੜ੍ਹਾ ਕੇ ਦਿਖਾਇਆ ਹੈ ਤੇ ਇਹ ਇਤਿਹਾਸ ਦੇ ਵਿੱਚ ਵੱਡਿਆਂ ਸ਼ਾਂਤਮਈ ਸੰਘਰਸ਼ਾਂ 'ਚ ਸ਼ਾਮਲ ਹੋ ਗਿਆ ਹੈ। ਇਸ ਦ੍ਰਿਸ਼ਟੀਕੋਣ ਤੋਂ ਜ਼ਰੂਰ ਜਿਹੜਾ ਹੈਗਾ ਇਸ ਦਾ ਡਿਜੀਟਲੀ ਇਸ ਦੀ ਜਿਹੜੀ ਹੈਗੀ ਹੈ ਇਹਦੀ ਸੰਭਾਲ ਕਰਨੀ ਬਣਦੀ ਹੈ ਇਸ ਸੰਘਰਸ਼ ਦੀ। ਮੇਰੇ ਨਾਲ ਬਣੇ ਹੋਏ ਨੇ ਐਡਵੋਕੇਟ HS ਬਾਠ, ਜੋ ਕਿ 2 ਦਿਨ ਪਹਿਲਾਂ ਹੀ ਉੱਥੇ ਜਾ ਕੇ ਆਏ ਨੇ, ਆਪਣਾ ਵੀ ਯੋਗਦਾਨ ਪਾ ਕੇ ਆਏ ਨੇ। ਬਾਠ ਸਾਹਿਬ, ਤੁਹਾਡਾ ਸਵਾਗਤ ਹੈ। ਮਿਹਰਬਾਨੀ। ਬਾਠ ਸਾਹਿਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਾਮਵਰ ਵਕੀਲ ਨੇ, ਪਰ ਨਾਲ ਬਾਠ ਸਾਹਿਬ ਆਲ ਇੰਡੀਆ ਪੀਸ ਐਂਡ ਸੋਲੀਡੈਰਿਟੀ ਇੱਕ ਫਾਊਂਡੇਸ਼ਨ ਹੈ, ਉਹਦੇ ਆਲ ਇੰਡੀਆ ਜਨਰਲ ਸੈਕਟਰੀ ਨੇ। ਬਾਠ ਸਾਹਿਬ, ਤੁਹਾਡਾ ਸਵਾਗਤ ਹੈ। ਬਹੁਤ ਮਿਹਰਬਾਨੀ। ਪਹਿਲਾਂ ਤਾਂ ਆਪਣਾ ਤਜਰਬਾ ਦੱਸੋ ਜੀ। ਤੁਸੀਂ 2 ਦਿਨ ਉੱਥੇ ਕਿਸਾਨ ਵੀਰਾਂ ਨਾਲ ਲਾ ਕੇ ਆਏ ਹੋ। ਮੈਂ ਦੇਖਿਆ ਤੁਸੀਂ ਅੱਗੇ ਤੁਹਾਨੂੰ ਅਸੀਂ ਵਕੀਲ ਦੀ ਯੂਨੀਫਾਰਮ 'ਚ ਦੇਖਦੇ ਸੀ, ਟਾਈ ਸ਼ਾਈ ਕੋਟ ਸੂਟ ਪਾਇਆ ਹੋਇਆ, ਤੇ ਉੱਥੇ ਤੁਸੀਂ ਵੀ ਬੁੱਕਲ ਮਾਰ ਕੇ ਫਿਰਦੇ ਸੀ ਜੀ। ਦੇਖੋ ਨੀਲ ਜੀ, ਜਿਹੜਾ ਨਾ ਇਹ ਜੋ ਸੰਘਰਸ਼ ਚੱਲ ਰਿਹਾ ਹੈ, ਅਸੀਂ ਛੋਟੇ ਹੁੰਦਿਆਂ ਪੜ੍ਹਦੇ ਹੁੰਦੇ ਸੀ ਕਿ ਉਸ ਵੇਲੇ ਨਾ ਯੱਗ ਹੁੰਦੇ ਸੀ। ਇਤਿਹਾਸ ਵੀ ਜਦੋਂ ਪੜ੍ਹਦੇ ਸੀ ਤੇ ਇਸ ਤਰ੍ਹਾਂ ਦੇ ਯੱਗ ਹੁੰਦੇ ਸੀ ਜਿਹਦੇ ਵਿੱਚ ਮਤਲਬ ਹਰ ਇੱਕ ਆਦਮੀ ਆਪਣਾ ਜਿਹੜਾ ਵਾ ਉਹ ਹਿੱਸਾ ਪਾਉਂਦਾ ਸੀ ਔਰ ਮੰਗਦੇ ਸੀ, ਰੱਬ ਦੇ ਉੱਤੋਂ ਅਰਦਾਸ ਕਰਦੇ ਸੀ, ਪਰਮਾਤਮਾ ਤੋਂ ਅਰਦਾਸ ਕਰਦੇ ਸੀ, ਮੰਗਦੇ ਸੀ ਮੀਂਹ ਪੈ ਜਾਵੇ, ਫਸਲ ਚੰਗੀ ਹੋ ਜਾਵੇ। ਇਸ ਤਰ੍ਹਾਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਉਹਨਾਂ ਦਾ ਇਕੱਠ ਹੁੰਦਾ ਸੀ, ਇਕੱਠੇ ਉਸ ਦੇ। ਇਹ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਇਹ ਜਿਹੜਾ ਨਾ ਯੱਗ ਨਹੀਂ ਹੈ, ਇਹ ਇੱਕ ਮਹਾਯੱਗ ਹੈ। ਔਰ ਇਹ ਜਿਹੜੇ ਅਸੀਂ ਵੇਖ ਰਹੇ ਹਾਂ, ਅਸੀਂ ਕਿਸਮਤ ਵਾਲੇ ਹਾਂ ਕਿ ਜਿਹੜੇ ਅਸੀਂ ਇਹਨੂੰ ਖੁਦ ਆਪਣੀਆਂ ਅੱਖਾਂ ਦੇ ਨਾਲ ਵੇਖ ਰਹੇ ਹਾਂ। ਔਰ ਇਹ ਮਹਾਯੱਗ ਜਿਹੜਾ ਵਾ ਉਹਦੇ ਵਿੱਚ ਸਾਰੇ ਪੰਜਾਬ ਦੇ ਲੋਕ, ਹਰਿਆਣੇ ਦੇ ਲੋਕ, ਔਰ ਜਿੱਥੇ ਵੀ ਪੂਰੇ ਹਿੰਦੁਸਤਾਨ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ, ਸਿਰਫ ਪੰਜਾਬੀ ਨਹੀਂ, ਜਿੱਥੇ ਵੀ ਕਿਸਾਨ ਦੇ ਨਾਲ ਸੰਬੰਧਿਤ ਕੋਈ ਵੀ ਇਨਸਾਨ ਬੈਠਾ ਹੈ, ਯੰਗ ਯੂਥ ਬੈਠਾ ਹੈ, ਕੋਈ ਔਰਤਾਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ, ਉਹ ਇਹਦੇ ਵਿੱਚ ਆਪਣੇ ਤਰੀਕੇ ਦੇ ਨਾਲ ਹਿੱਸਾ ਪਾ ਰਹੇ ਨੇ। ਤੁਸੀਂ ਉੱਥੇ ਜਦੋਂ ਜਾ ਕੇ ਦੇਖਦੇ ਹੋ ਨੀਲ ਜੀ, ਮੈਂ ਬਹੁਤ ਵਾਰ ਪੜ੍ਹਿਆ, ਇਤਿਹਾਸ ਦੇ ਵਿੱਚ ਵੀ ਪੜ੍ਹਿਆ ਔਰ ਤੁਸੀਂ ਵੀ ਸੁਣਿਆ ਕਿ ਕਹਿੰਦੇ ਆ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਪਰ ਮੈਂ ਕਨਵਿੰਸਡ ਹਾਂ ਫੁੱਲੀ ਇਸ ਗੱਲ ਦੇ ਉੱਤੇ ਕਿ ਬਹੁਤ ਸਾਰੀਆਂ ਚੀਜ਼ਾਂ ਜਾਂ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹਦੇ ਵਿੱਚ ਉਹ ਦੁਹਰਾ ਨਹੀਂ ਹੁੰਦਾ,
ਉਹ ਆਪਣੀ ਕਿਸਮ ਦੀ ਇੱਕ ਵਿਲੱਖਣ ਜਿਹੜੀ ਘਟਨਾ ਵਾ ਉਹ ਹੋਈ ਹੁੰਦੀ ਹੈ, ਔਰ ਉਹ ਸ਼ਾਇਦ ਕਿਤੇ ਸਦੀਆਂ ਸਦੀਆਂ ਤੱਕ ਵੀ ਉਹਦੇ ਨੇੜੇ ਤੇੜੇ ਤੱਕ ਉਹ ਚੀਜ਼ ਲੱਗ ਜਾਵੇ, ਉਹਦੇ ਵਰਗੀ ਤਾਂ ਹੋ ਜਾਵੇ, ਪਰ ਉਹੋ ਜਿਹੀ ਚੀਜ਼ ਨਹੀਂ ਹੁੰਦੀ ਹੈ ਜੀ। ਪੂਰੀ ਦੁਨੀਆ ਦੇ ਵਿੱਚ ਨੀਲ ਜੀ ਇਹ ਕਿਤੇ ਨਹੀਂ ਵਾਪਰਿਆ ਹੈ ਕਿ ਇੱਕ ਹਾਈਵੇ ਦੇ ਉੱਤੇ ਇੱਕ ਦਿਨ ਦੇ ਵਿੱਚ ਤੁਸੀਂ ਇੱਕ ਪੂਰੇ ਦਾ ਪੂਰਾ ਨਗਰ ਵਸਾ ਦਿਓ, ਤੁਸੀਂ ਇੱਕ ਪੂਰੇ ਦਾ ਪੂਰਾ ਸ਼ਹਿਰ ਵਸਾ ਦਿਓ, ਔਨ ਵੀਲਸ ਜਿਹੜਾ ਸ਼ਹਿਰ ਹੈ ਉਹ ਵਿਖਾ ਦਿਓ। ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ। ਦੁਨੀਆ ਦੇ ਇਤਿਹਾਸ ਦੇ ਵਿੱਚ ਕਿਸਾਨ ਵੀ ਲੜੇ ਆ, ਦੁਨੀਆ ਦੇ ਇਤਿਹਾਸ ਦੇ ਵਿੱਚ ਮਜ਼ਦੂਰ ਵੀ ਲੜੇ ਆ, ਹੋਰ ਤਬਕਿਆਂ ਦੇ ਲੋਕ ਵੀ ਜਿਹੜੇ ਆ ਉਹ ਲੜਦੇ ਰਹੇ ਨੇ, ਪਰ ਇਸ ਤਰ੍ਹਾਂ ਦੀ ਲੜਾਈ, ਇਸ ਤਰ੍ਹਾਂ ਦਾ ਪ੍ਰੋਟੈਸਟ ਜਿਹੜਾ ਹੈ, ਇਸ ਤਰ੍ਹਾਂ ਦਾ ਵਿਰੋਧ, ਇਸ ਤਰ੍ਹਾਂ ਦੀ ਕਨਵਿਕਸ਼ਨ ਆਪਣੀ ਮੰਗਾਂ ਦੇ ਲਈ, ਆਪਣੇ ਕਾਜ਼ ਦੇ ਲਈ, ਜਿਹੜੀ ਇੱਥੇ ਅਸੀਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਵੇਖ ਰਹੇ ਹਾਂ, ਚਾਹੇ ਉਹ ਸਿੰਘੂ ਬਾਰਡਰ ਹੈ, ਚਾਹੇ ਟਿੱਕਰੀ ਦਾ ਬਾਰਡਰ ਹੈ, ਚਾਹੇ ਦੂਸਰੇ ਬਾਰਡਰ ਹੈ, ਇਹੋ ਜਿਹੀ ਘਟਨਾਵਾਂ ਜਿਹੜੀਆਂ ਕਿਤੇ ਦਿਸਦੀਆਂ ਨਹੀਂ ਗੀਆਂ। ਨੀਲ ਜੀ ਅਸੀਂ ਵੇਖਦੇ ਸਾਡੇ ਪੰਜਾਬ ਦੇ ਵਿੱਚ ਨਾ ਅਸੀਂ ਵੇਖਿਆ ਕਿ ਪੰਚਾਇਤ ਤੋਂ ਜਿਹੜੀਆਂ ਲੜਾਈਆਂ ਹੋ ਰਹੀਆਂ, ਇਲੈਕਸ਼ਨ ਤੋਂ, ਮੈਂਬਰ ਪੰਚਾਇਤ ਤੋਂ ਹੋ ਰਹੀਆਂ, ਝੰਡੇ ਜਿਹੜੇ ਇਲੈਕਸ਼ਨਾਂ ਦੇ ਵਿੱਚ ਅਲੱਗ-ਅਲੱਗ ਰੱਖਦੇ ਲੱਗੇ ਆ, ਪਰ ਇਸ ਯੱਗ ਦੇ ਵਿੱਚ ਤੁਸੀਂ ਜਿੱਥੇ ਵੀ ਤੁਰੋਗੇ ਤੁਹਾਨੂੰ ਲਾਲ ਝੰਡਾ ਦਿਸ ਰਿਹਾ, ਤੁਹਾਨੂੰ ਹਰਿਆ ਝੰਡਾ ਦਿਸ ਰਿਹਾ, ਤੁਹਾਨੂੰ ਸਫੈਦ ਦਿਸ ਰਿਹਾ, ਤੁਹਾਨੂੰ ਨੀਲਾ ਦਿਸ ਰਿਹਾ, ਤੁਹਾਨੂੰ ਯੈਲੋ ਝੰਡਾ ਪੀਲਾ ਦਿਸ ਰਿਹਾ, ਪਰ ਉਹ ਸਾਰੇ ਝੰਡੇ ਜਿਹੜੇ ਆ ਇੱਕ ਸਿੰਬਲ ਲਾਏ ਆ, ਪਰ ਉਹ ਵਖਰੇਵੇਂ ਦਾ, ਇਹ ਪਹਿਲੀ ਵਾਰ ਆ ਕਿ ਉਹ ਇੱਕ ਵਖਰੇਵੇਂ ਦਾ ਚਿੰਨ੍ਹ ਨਹੀਂ ਹੈ, ਉਹ ਇੱਕ ਯੂਨਿਟੀ ਦਾ, ਇੱਕ ਏਕੇ ਦਾ ਚਿੰਨ੍ਹ ਜਿਹੜਾ ਹੈ ਉਹ ਲੱਗਾ। ਇਹ ਸਾਰੇ ਜਿਹੜੇ ਕਲਰ ਨੇ, ਸਾਰੇ ਜਿਹੜੇ ਰੰਗਾਂ ਦੇ ਝੰਡੇ ਨੇ, ਸਾਰੇ ਜਿਹੜਾ ਸਿੰਬਲ ਪ੍ਰੋਟੈਸਟ ਦੇ ਬਣ ਕੇ ਇੱਕ ਰੰਗ ਇਹਨਾਂ ਨੇ ਯੂਨਿਟੀ ਦਾ ਧਾਰ ਲਿਆ। ਇੱਕ ਮਤ ਜਿਹੜੇ ਆ ਇੱਕ ਇਕੱਠੇ ਹੋ ਕੇ ਕਿਸਾਨ ਸਾਰੇ ਜਿਹੜੇ ਆ ਉੱਥੇ ਬੈਠੇ ਆ। ਤੁਸੀਂ ਨੀਲ ਜੀ ਅੱਜ ਤੋਂ ਬਹੁਤਾ ਸਮਾਂ ਨਹੀਂ ਹੋਇਆ, ਸਾਲ 2 ਸਾਲ ਪਹਿਲੇ ਹੈ ਜਦੋਂ ਬਹੁਤ ਵੱਡਾ ਪ੍ਰਚਾਰ ਜਿਹੜਾ ਵਾ ਸਾਡੇ ਪੰਜਾਬ ਦੇ ਵਿੱਚ ਵੀ, ਦੁਨੀਆ ਦੇ ਵਿੱਚ ਵੀ ਔਰ ਹਿੰਦੁਸਤਾਨ ਦੇ ਵਿੱਚ ਵੀ ਸੀ ਕਿ ਪੰਜਾਬ ਦੇ ਜਿਹੜੇ ਸਾਰੇ ਯੂਥ ਹੈ, ਜਿਹੜੇ ਨੌਜਵਾਨ ਹੈ, ਉਹ ਨਸ਼ੇੜੀ ਹੋ ਗਏ, ਨਸ਼ੇੜੀ ਦਾ ਹੋ ਗਿਆ। ਮਿਹਣਾ ਲਾਤੇ ਆਪਾਂ, ਇੱਕ ਮਿਹਣਾ ਸੀ, ਇੱਕ ਸਾਡੇ ਉੱਤੇ ਜਿਹੜਾ ਵਾ ਸਟਿਗਮਾ ਜਿਹੜਾ ਵਾ, ਇੱਕ ਦਾਗ ਪੰਜਾਬ ਦੇ ਉੱਤੇ ਬਣ ਗਿਆ ਸੀ ਕਿ ਉਹ ਕੌਮ, ਉਹ ਪੰਜਾਬੀ ਜਿਹੜੇ ਲੜਾਈਆਂ ਲੜਦੇ ਨੇ, ਜਿਹੜੇ ਜ਼ਬਰ ਦਾ ਮੁਕਾਬਲਾ ਕਰਦੇ ਨੇ, ਜਿਹੜੇ ਆਪਣੇ ਹੱਕਾਂ ਦੇ ਲਈ ਹਮੇਸ਼ਾ ਡਟ ਕੇ ਖੜਦੇ ਨੇ, ਜਿਹੜੇ ਮਾੜੇ ਦਾ, ਔਰਤਾਂ ਦਾ ਜਿਹੜਾ ਵਾ ਉਹਨਾਂ ਦੀ ਰੱਖਿਆ ਕਰਦੇ ਨੇ, ਉਹ ਉਸ ਪੰਜਾਬੀਆਂ ਦੇ ਉੱਤੇ ਦਾਗ ਜਿਹੜਾ ਲੱਗਿਆ, ਉਹ ਮੈਂ ਸਮਝਦਾ ਕਿ ਇਸ ਸੰਘਰਸ਼ ਦੇ ਵਿੱਚ ਉਹ ਦਾਗ ਧੋਤਾ ਗਿਆ ਜੇ। ਦੇਖੋ ਯੰਗ ਮੁੰਡੇ ਜਿਹੜੇ ਆ ਉੱਥੇ ਸਾਰੇ ਖੜੇ ਨੇ, ਰਾਤ ਨੂੰ ਜਿਹੜਾ ਇੱਕ ਹਜ਼ਾਰ ਵਲੰਟੀਅਰ ਇੱਕ ਬਾਰਡਰ ਦੇ ਉੱਤੇ ਡਟ ਕੇ ਜਿਹੜਾ ਪਹਿਰਾ ਦੇ ਰਿਹਾ, ਚਾਹੇ ਉਹ ਟ੍ਰੈਫਿਕ ਲਗਾਉਣ ਵਾਲਾ ਹੋਵੇ, ਚਾਹੇ ਲੰਗਰ ਵਰਤਾਉਣ ਵਾਲਾ ਹੋਵੇ, ਚਾਹੇ ਉਹਨਾਂ ਦੀਆਂ ਮੀਟਿੰਗਾਂ ਨੂੰ ਆਰਗੇਨਾਈਜ਼ ਕਰਨ ਵਾਲਾ ਹੋਵੇ। ਤੇ ਸਭ ਤੋਂ ਵੱਡੀ ਗੱਲ ਹੈ ਉਹ ਇਸ ਗੱਲ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਬਾਜ ਦੀਆਂ ਅੱਖਾਂ ਨੇ ਨੀਲ ਜੀ, ਉਹਨਾਂ ਦੀਆਂ ਅੱਖਾਂ ਤੁਸੀਂ ਦੇਖੋ, ਚਿਹਰੇ ਤੇ ਪੜ੍ਹੋ ਉਹਨਾਂ ਦੀਆਂ, ਤੇ ਬਾਜ ਦੀਆਂ ਅੱਖਾਂ ਜਿਹੜੀਆਂ ਉਹ ਵੇਖ ਰਹੀਆਂ ਕਿ ਕੋਈ ਸ਼ਰਾਰਤੀ ਅਨਸਰ ਬਾਹਰੋਂ ਆ ਕੇ ਜਿਹੜਾ ਵਾ ਉਹ ਕਿਸੇ ਤਰ੍ਹਾਂ ਦਾ ਜਿਹੜਾ ਵਾ ਸਾਡੀ ਸ਼ਾਂਤੀ ਭੰਗ ਨਾ ਕਰੇ, ਕੋਈ ਸ਼ਰਾਰਤ ਨਾ ਕਰੇ, ਜਿਹਦੇ ਨਾਲ ਇਹ ਸਾਡਾ ਜਿਹੜਾ ਸੰਘਰਸ਼ ਹੈ ਉਹਨੂੰ ਬਦਨਾਮ ਕਰਨ ਦਾ ਇੱਕ ਗੋਦੀ ਮੀਡੀਆ ਨੂੰ ਜਿਹੜੇ ਲੱਭ ਰਹੇ ਨੇ, ਕੁਝ ਨਾ ਕੁਝ ਲੱਭ ਰਹੇ ਨੇ, ਪੁੱਟ ਰਹੇ ਨੇ ਕਿ ਇਸ ਨੂੰ ਅਸੀਂ ਕਿਵੇਂ ਬਦਨਾਮ ਕਰੀਏ, ਉਹਨੂੰ ਡਿਫੈਂਡ ਕਰਨ ਦੇ ਲਈ ਡਟ ਕੇ ਖੜੇ ਹੋਏ। ਜੀ ਬੜਾ ਮੈਂ ਤੁਹਾਨੂੰ ਰੋਕਿਆ ਜਾਣ ਕੇ ਨਹੀਂ, ਕਿਉਂਕਿ ਤੁਸੀਂ ਜਿਸ ਤਰ੍ਹਾਂ ਅੱਖੀਂ ਡਿੱਠਾ ਹਾਲ ਬਿਆਨ ਕਰਦੇ ਹੁੰਦੇ ਆ ਨਾ, ਤੁਸੀਂ ਉਸ ਤਰ੍ਹਾਂ ਬਿਲਕੁਲ ਬਿਆਨ ਕੀਤਾ। ਤੁਸੀਂ ਉੱਥੇ ਜਾ ਕੇ ਆਏ ਹੋ, ਰਹਿ ਕੇ ਆਏ ਹੋ, ਉਹਨਾਂ ਨਾਲ ਰੋਟੀ ਪਾਣੀ ਛਕ ਕੇ ਆਏ ਹੋ, ਉਹਨਾਂ ਦੇ ਨਾਲ ਤੁਸੀਂ ਵਿਚਾਰਾਂ ਦੀ ਸਾਂਝ, ਵਿਚਾਰਾਂ ਦਾ ਲੰਗਰ ਜਿਹੜਾ ਹੈਗਾ ਤੁਸੀਂ ਉਹ ਵੀ ਸਾਂਝਾ ਕਰਕੇ ਆਏ ਹੋ। ਤੁਸੀਂ ਇਸ਼ਾਰਾ ਕੀਤਾ ਕਿ ਗੋਦੀ ਮੀਡੀਆ ਲੱਭ ਰਿਹਾ ਹੈ, ਇੱਕ ਪਾਸੜ ਮੀਡੀਆ ਕਹਿੰਦੇ ਹੁੰਦੇ ਆਪਾਂ, ਚਲੋ ਫਿਰ ਗੋਦੀ ਮੀਡੀਆ ਇਸ ਤਰ੍ਹਾਂ ਹੁੰਦਾ ਹੈ ਜੀ ਕਿ ਉਹ ਵੀ ਆਰਗੇਨਾਈਜੇਸ਼ਨਾਂ ਵਾਸਤੇ ਕੰਮ ਕਰ ਰਹੇ ਨੇ, ਉਹਨਾਂ ਨੂੰ ਜਿਹੜੀ ਹੈਗੀ ਹੈ ਪਾਲਿਸੀ ਲਾਈਨ ਉਸ ਤਰ੍ਹਾਂ ਦੀ ਮਿਲੀ ਹੈ, ਉਹਨਾਂ ਨੇ ਆਪਣੀ ਨੌਕਰੀ ਪਛਾਣ ਪਿੱਛੇ ਕਈ ਵਾਰ ਮਜਬੂਰੀ 'ਚ ਇਸ ਤਰ੍ਹਾਂ ਕਰਨ ਲੱਗ ਜਾਂਦੇ ਹੈਗੇ, ਸਾਡੇ ਭੈਣ ਭਰਾ ਹੀ ਨੇ ਸਾਰੇ। ਪਰ ਜਦੋਂ ਸ਼ੁਰੂ ਹੋਇਆ ਸੀ ਅੰਦੋਲਨ ਸ਼ੁਰੂ ਹੋਇਆ ਸੀ, ਜਾਂ ਸਤੰਬਰ ਦੇ ਮਹੀਨੇ 'ਚ ਜਦੋਂ ਇਹ ਆਰਡੀਨੈਂਸ ਬਿੱਲਾਂ ਦੇ ਰੂਪ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਏ ਨੇ, ਰਾਸ਼ਟਰਪਤੀ ਦੀ ਮੋਹਰ ਲੱਗਣ ਤੱਕ, ਕਾਨੂੰਨ ਬਣਨ ਤੱਕ, ਉਦੋਂ ਕੁਝ ਇੱਕ ਸ਼ਰਾਰਤੀ ਅਨਸਰਾਂ ਨੇ, ਮੀਡੀਆ ਦੇ ਸ਼ਰਾਰਤੀ ਅਨਸਰਾਂ ਨੇ ਹਰ ਇੱਕ ਵਿਚਾਰੇ ਭਲੇ ਮਾਨਸ ਆਦਮੀ ਨੂੰ, ਪੰਜਾਬੀ ਨੂੰ, ਪੱਗ ਬੰਨੀ ਹੋਵੇ, ਦਾੜੀ ਖੁੱਲੀ ਹੋਵੇ, ਉਹਨੂੰ ਇਹ ਗੱਲਾਂ 'ਚ ਉਲਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਤੈਨੂੰ ਪਤਾ ਕਾਨੂੰਨ ਕੀ ਨੇ, ਤੈਨੂੰ ਪਤਾ ਬਿੱਲ ਕੀ ਨੇ, ਇਹ ਤੈਨੂੰ ਪਤਾ ਕਿ ਆਰਡੀਨੈਂਸ ਦਾ ਕੀ ਫਰਕ ਹੁੰਦਾ ਹੈ, ਬਿੱਲ ਦਾ ਕੀ ਫਰਕ ਹੁੰਦਾ ਤੇ ਕਾਨੂੰਨ ਦਾ ਕੀ ਫਰਕ ਹੁੰਦਾ ਹੈ, ਤੁਹਾਨੂੰ ਪਤਾ ਕਿ ਸਟੇਟ ਕੀ ਕਰ ਸਕਦੀ ਹੈ, ਕੀ ਕਰ ਸਕਦੀ ਹੈ। ਤੁਸੀਂ ਹੁਣ ਜਾ ਕੇ ਆਏ ਹੋ, ਮੈਂ ਪਹਿਲਾਂ ਇਸ਼ਾਰਾ ਕੀਤਾ, ਤੁਸੀਂ ਵਿਚਾਰਾਂ ਦੀ ਸਾਂਝ ਪਾ ਕੇ ਆਏ ਹੋ, ਤੁਸੀਂ ਵਕੀਲਾਂ ਦੀ ਜਥੇਬੰਦੀ ਗਈ ਸੀ, ਵਕੀਲ ਜਿਨ੍ਹਾਂ ਤੋਂ ਲੋਕ ਸਲਾਹ ਲੈਣ ਜਾਂਦੇ ਨੇ, ਜਿਹੜੀ ਚੀਜ਼ ਕਾਨੂੰਨੀ ਤੌਰ ਤੇ ਬੰਦੇ ਨੂੰ ਨਹੀਂ ਸਮਝ ਆਉਂਦੀ ਉਹ ਬੰਦਾ ਵਕੀਲ ਕੋਲ ਜਾਂਦਾ ਹੈ, ਪਰ ਵਕੀਲ ਹੁਣ ਕਿਸਾਨਾਂ ਕੋਲ ਜਾ ਕੇ ਆਏ ਨੇ
ਕਿੰਨੀ ਕੁ ਤੁਸੀਂ ਜਾਗਰੂਕਤਾ ਇਹਨਾਂ 2 ਮਹੀਨਿਆਂ ਦੇ ਸਮੇਂ ਦੇ ਵਿੱਚ ਲੋਕਾਂ 'ਚ ਆ ਗਈ ਹੈ, ਮਹਿਸੂਸ ਕੀਤੀ ਤੁਸੀਂ? ਸਵਾਲ ਪੁੱਛਦੇ ਨੇ ਮੁੰਡੇ, ਨਵੇਂ ਮੈਂ ਮੁੰਡੇ। ਤੁਹਾਡੀ ਨੀਲ ਜੀ ਤੁਹਾਡੀ ਇਸ ਗੱਲ ਤੇ ਆਉਣਾ ਵਾ, ਪਰ ਮੈਂ ਪਹਿਲਾਂ ਨਾ ਉਹਨੂੰ ਕਲੈਰੀਫਾਈ ਕਰਦਾ। ਜਦੋਂ ਮੈਂ ਗੋਦੀ ਮੀਡੀਆ ਕਹਿ ਰਿਹਾ ਤੇ ਮੈਂ ਪੱਤਰਕਾਰਾਂ ਤੇ ਸਵਾਲ ਨਹੀਂ ਉਠਾ ਰਿਹਾ। ਮੈਂ ਉਹ ਜਿਹੜੇ ਟੀਵੀ ਚੈਨਲ ਜਿਹੜੇ ਕਾਰਪੋਰੇਟ ਹਾਊਸਾਂ ਦੇ ਆ ਜਿਨ੍ਹਾਂ ਦਾ ਇੱਕ ਏਜੰਡਾ ਸਿਰਫ ਜ਼ਹਿਰ ਉਗਲਣਾ ਵਾ, ਮੇਰਾ ਇਸ਼ਾਰਾ ਉਧਰ ਸੀ। ਔਰ ਮੈਂ ਵਧਾਈ ਦਿੰਦਾ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਆ ਐਡੀਟਰ ਗਿਲਡ ਆਫ ਇੰਡੀਆ, ਜਿਨ੍ਹਾਂ ਨੇ ਬੜਾ ਸਟਰੋਂਗ ਸਟੈਂਡ ਲਿਆ ਕਿ ਇਹ ਜਿਹੜੇ ਕਿਸਾਨ ਆਏ ਨੇ ਇਹਨਾਂ ਨੂੰ ਲੈਬਲ ਨਾ ਕਰੋ, ਕਿਸੇ ਵੀ ਤਰ੍ਹਾਂ ਦਾ ਜਿਹੜਾ ਵਾ ਉਹ ਲੈਬਲ ਨਾ ਕਰੋ, ਫਿਰ ਰਿਪੋਰਟਿੰਗ ਕਰੋ, ਸਹੀ ਗੱਲ ਦੱਸੋ, ਸੱਚ ਦੱਸੋ। ਤੇ ਇਹ ਬੜੀ ਵੱਡੀ ਗੱਲ ਆ। ਮੇਰਾ ਖਿਆਲ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜਿਹੜਾ ਵਾ ਬਹੁਤ ਘੱਟ ਹੋਇਆ ਹੋਊਗਾ ਜਦੋਂ ਉਹਨਾਂ ਦੇ ਉੱਤੇ ਸਿੱਧੇ ਤਰ੍ਹਾਂ ਦੀ ਟਕੋਰ ਕਰਕੇ ਉਸ ਮੀਡੀਆ ਤੇ ਉਸ ਲਾਈਨ ਤੇ ਚੱਲਣ ਵਾਲਿਆਂ ਨੂੰ ਕਿਹਾ ਕਿ ਬੰਦੇ ਬਣ ਜਾਓ, ਇਹ ਗਲਤ ਤਰੀਕੇ ਨਾਲ ਨਾ ਕਰੋ, ਲੋਕ ਸਿਆਣੇ ਹੋ ਗਏ। ਹਾਂ, ਦੂਜਾ ਜਿਹੜਾ ਇਸ਼ੂ ਤੁਸੀਂ ਕੀਤਾ ਜੀ, ਜਾਗਰੂਕਤਾ ਲੈਵਲ, ਪੈਰਾਮੀਟਰ ਕੀ, ਉਹੀ ਗੱਲ ਕਰ ਰਿਹਾ ਮੈਂ। ਜਿਹੜਾ ਨਾ ਜੀ ਉੱਥੇ ਕੱਲੇ ਦੇ ਨਾਲ ਜਿਹੜੀਆਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਅਸੀਂ ਜਿਹੜੀਆਂ ਵਾ ਉਹਨਾਂ ਦੇ ਨਾਲ ਆਪਸ ਵਿੱਚ ਵਿਚਾਰ ਵਟਾਂਦਰਾ ਕੀਤਾ, ਗੱਲਬਾਤ ਕੀਤੀ ਹੈ। ਉਹਨਾਂ ਦੇ ਮਾਈਂਡ ਨੀਲ ਜੀ ਬੜੇ ਕਲੀਅਰ ਆ, ਬਿਲਕੁਲ ਜਿਹੜਾ ਸਪਸ਼ਟ ਉਹਨਾਂ ਦੇ ਉੱਤੇ ਇਹ ਚੀਜ਼ ਹੈ। ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈ ਨਾ ਦੁਚਿੱਤੀ ਜਿਹੜੀ ਅਸੀਂ ਕਹੀਏ ਕਿ ਨਹੀਂ ਹੈ ਕਿ ਕਾਨੂੰਨ ਚੰਗੇ ਹੈ ਜਾਂ ਮਾੜੇ ਹੈ, ਉਹ ਬਿਲਕੁਲ ਇਸ ਗੱਲ ਦੇ ਉੱਤੇ ਕਲੀਅਰ ਹੈ ਕਿ ਇਹ ਜਿਹੜੇ ਕਾਨੂੰਨ ਹੈ ਇਹ ਲੰਮੇ ਸਮੇਂ ਦੇ ਵਿੱਚ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਨੂੰ ਬਰਬਾਦ ਕਰ ਦੇਣਗੇ। ਦੇਖੋ, ਜੇ ਅਸੀਂ ਕਹੀਏ ਕਿ ਹਰ ਇੱਕ ਜਿਹੜਾ ਕਿਸਾਨ ਹੈ ਉਹ ਕੱਲੀ ਉਹਦੀ ਸੈਕਸ਼ਨ ਪੜ੍ਹੇ, ਕੱਲੀ ਕਲਾਸ ਪੜ੍ਹੇ, ਇਹ ਕਿਸੇ ਲਈ ਸ਼ਾਇਦ ਪੋਸੀਬਲ ਨਹੀਂ ਹੁੰਦਾ। ਇਹ ਵੀ ਹੈ, ਵੱਡੀ ਗਿਣਤੀ ਦੇ ਵਿੱਚ ਹੈ, ਪਰ ਜੇ ਕਰੀਏ ਕਿ ਹਰ ਇੱਕ ਦੇ ਵਿੱਚ ਉਹ ਕਦੇ ਪੋਸੀਬਲ ਨਹੀਂ ਹੁੰਦਾ। ਪਰ ਉਹਨਾਂ ਦੀ ਜਿਹੜੀ ਬਿਲਕੁਲ ਕਲੀਅਰ ਉਹਨਾਂ ਦਾ ਜਿਹੜਾ ਵਿਜ਼ਨ ਹੈ, ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਬਹੁਤ ਕਲੀਅਰ ਹੈ ਕਿ ਇਹ ਜਿਹੜੀਆਂ ਪ੍ਰੋਵੀਜ਼ਨਸ ਇਹਦੇ ਵਿੱਚ ਨੇ, ਜੋ ਬਿੱਲਾਂ ਦੇ ਵਿੱਚ ਚੀਜ਼ਾਂ ਲੈ ਕੇ ਆਏ ਨੇ ਸਰਕਾਰ, ਇਹਨਾਂ ਦੀ ਨੀਤ ਵੀ ਖੋਟੀ ਆ ਤੇ ਨੀਤੀ ਵੀ ਖੋਟੀ ਆ। ਕਿਉਂਕਿ ਪੁਰਾਣਾ ਤਜਰਬਾ ਜਿਹੜਾ ਵਾ ਉਹ ਸਾਰੀ ਚੀਜ਼ ਜਿਹੜੀਆਂ ਦੱਸ ਰਿਹਾ। ਔਰ ਉਹ ਇਹ ਵੀ ਬੜੀ ਚੰਗੀ ਤਰ੍ਹਾਂ ਕਹਿ ਰਹੇ ਨੇ ਕਿ ਦੇਖੋ, ਜੇ ਇਹਨਾਂ ਦੀ ਨੀਅਤ ਤੇ ਨੀਤੀ ਸਾਫ਼ ਹੁੰਦੀ, ਇਹਨਾਂ ਨੂੰ ਆਰਡੀਨੈਂਸ ਇਹਨਾਂ ਨੇ ਜਾਰੀ ਕਰਤੇ ਰਾਸ਼ਟਰਪਤੀ ਤੋਂ 2 ਮਹੀਨੇ ਬਾਅਦ ਜਿਹੜਾ ਵਾ ਪਾਰਲੀਮੈਂਟ ਦਾ ਸੈਸ਼ਨ ਹੋਣ ਜਾ ਰਿਹਾ। ਵੇਟ ਕਰ ਲੈਂਦੇ। ਕਾਹਲੀ ਕੀ ਸੀ? ਤੁਸੀਂ ਜਿਹੜੀਆਂ ਵਾ ਕਿਸਾਨ ਜਥੇਬੰਦੀਆਂ ਜਾਂ ਜਿਹਨੂੰ ਅਸੀਂ ਅੰਗਰੇਜ਼ੀ 'ਚ ਸਟੇਕ ਹੋਲਡਰ ਕਹਿ ਦਿੰਦੇ ਆ, ਤੁਸੀਂ ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰੋ, ਉਹਨਾਂ ਸਾਰਿਆਂ ਦੇ ਨਾਲ ਵਿਚਾਰ ਵਟਾਂਦਰਾ ਕਰੋ, ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਤੁਸੀਂ ਲਾਓ। ਫਿਰ ਤੁਸੀਂ ਜਿਹੜਾ ਕਾਨੂੰਨ ਹੈ, ਜੇ ਬਹੁਤ ਸਹਿਮਤੀ ਹੁੰਦੀ ਉਹਦੇ ਉੱਤੇ, ਮੋਟੀ ਸਹਿਮਤੀ ਹੁੰਦੀ ਉਹਦੇ ਉੱਤੇ, ਤਾਂ ਤੁਸੀਂ ਪਾਸ ਕਰ ਦਿਓ। ਹੁਣ ਜਦੋਂ ਜਿਹੜੀ ਇਹ ਗੱਲਬਾਤ ਨੀਲ ਜੀ ਹੋਈ ਹੈ ਕਿਸਾਨਾਂ ਦੇ ਨਾਲ, ਔਰ ਤੁਸੀਂ ਬਿਲਕੁਲ ਠੀਕ ਹੈ ਕਿ ਕਿਸਾਨਾਂ ਨੇ ਬਹੁਤ ਹੀ ਮੈਚਿਓਰਟੀ ਕਿਸਾਨ ਆਗੂਆਂ ਨੇ ਵਿਖਾਈ ਹੈ। ਬਿਲਕੁਲ ਇਹੋ ਜਿਹੀ ਮੂਵਮੈਂਟ ਜਿਹੜੀ ਸ਼ਾਂਤੀਪੂਰਵਕ ਔਰ ਇੱਕ ਸੱਟ ਮਾਰਨੀ ਸਰਕਾਰਾਂ ਦੇ ਵੱਡੇ ਜਿਹੜੇ IAS ਅਫਸਰ ਬੈਠੇ ਨੇ, ਆਪਣੇ ਆਪ ਨੂੰ ਸਮਝਦੇ ਕਿ ਅਸੀਂ ਸਾਰਾ ਕੁਝ ਜਾਣਦੇ ਹਾਂ, ਇਹ ਕਿਸਾਨ ਤਾਂ ਜਿਹੜੇ ਮੂਰਖ ਹੈ, ਇਹਨਾਂ ਨੂੰ ਪਤਾ ਹੀ ਨਹੀਂ। ਮਤਲਬ ਉਹਨਾਂ ਨੂੰ ਦੱਸ ਰਹੇ ਨੇ, ਜਿਵੇਂ ਮੈਂ ਪੰਜਾਬੀ 'ਚ ਇੱਕ ਉਦਾਹਰਨ ਦੇ ਦੇਵਾਂ ਕਿ ਤੁਸੀਂ ਇੱਕ ਡਾਕਟਰ ਕੋਲ ਜਿਹੜਾ ਵਾ ਜਾਓ ਤੇ ਤੁਸੀਂ ਜਾ ਕੇ ਦੱਸ ਦਿਓ ਕਿ ਨਹੀਂ ਮੇਰੇ ਢਿੱਡ ਪੀੜ ਹੈ। ਉਹ ਡਾਕਟਰ ਜਿਹੜਾ ਕਹਿੰਦਾ ਨਹੀਂ ਤੇਰੇ ਢਿੱਡ ਪੀੜ ਹੈ ਹੀ ਨਹੀਂ, ਤੇਰੇ ਸਿਰ ਪੀੜ ਹੈ। ਤੁਸੀਂ ਵੇਖੋ, ਇਹ ਸਾਰਾ ਕੁਝ ਜਿਹੜਾ ਵਾ ਇਸ ਤਰੀਕੇ ਨਾਲ ਹੋ ਰਿਹਾ। ਕਿਸਾਨ ਕਹਿ ਰਹੇ ਨੇ ਕਿ ਸਾਨੂੰ ਪਤਾ ਹੈ, ਅਸੀਂ ਸਾਡਾ ਐਕਸਪੀਰੀਅੰਸ ਹੈ, ਸਾਡੀਆਂ ਉਮਰਾਂ ਲੰਘੀਆਂ ਇਸ ਗੱਲ ਦੇ ਵਿੱਚ ਕਿ ਇਹ ਜਿਹੜੇ ਕਾਨੂੰਨ ਹੈ ਇਹ ਕਿਸਾਨ ਦੇ ਪੱਖ ਦੇ ਵਿੱਚ ਨਹੀਂ ਹੈ। ਤੁਸੀਂ ਸਮਝਦੇ ਕਿ ਕੋਈ ਇਨਸਾਨ ਇਹੋ ਜਿਹਾ ਹੋਏਗਾ ਜਿਹਨੂੰ ਲੱਗਦਾ ਹੋਵੇ ਕਿ ਇਹਦੇ ਵਿੱਚ ਮੇਰਾ ਫਾਇਦਾ, ਤੇ ਉਹ ਕਹੇ ਮੈਂ ਫਾਇਦਾ ਲੈਣਾ ਨਹੀਂ। ਪਰ ਇਹ ਉਲਟ ਗੱਲ ਹੋ ਰਹੀ ਹੈ। ਉਹ ਕਹਿ ਰਹੇ ਨਹੀਂ ਤੁਹਾਨੂੰ ਪਤਾ ਹੀ ਨਹੀਂ, ਤੁਹਾਡਾ ਫਾਇਦਾ ਅਸੀਂ ਕਹਿੰਦੇ ਸਾਡਾ ਫਾਇਦਾ ਨਹੀਂ ਹੈ, ਤੁਸੀਂ ਸਾਡਾ ਫਾਇਦਾ ਕਿਉਂ ਕਰਦੇ ਹੋ? ਸਾਨੂੰ ਰਹਿਣ ਦਿਓ, ਜੋ ਇੱਕ ਸਿਸਟਮ ਚੱਲ ਰਿਹਾ ਅਸੀਂ ਉਹਦੇ ਉੱਤੇ ਖੁਸ਼ ਹਾਂ। ਹਾਂ, ਜੇ ਉਹਦੇ ਵਿੱਚ ਕੋਈ ਨਾ ਕੋਈ ਸਮੇਂ ਦੇ ਆਉਣ ਦੇ ਨਾਲ ਤਬਦੀਲੀਆਂ ਆਉਂਦੀਆਂ ਨੇ, ਜੇ ਉਹਦੇ ਵਿੱਚ ਕੋਈ ਨਾ ਕੋਈ ਤੁਸੀਂ ਤਬਦੀਲੀਆਂ ਕਰਨੀਆਂ ਨੇ, ਤੇ ਉਹ ਸਾਰਿਆਂ ਦੀ ਸਹਿਮਤੀ ਲਓ। ਕਹਿੰਦੇ ਜੀ ਅਸੀਂ ਵੇਖੋ, ਕੱਲ ਪਰਸੋਂ ਮੈਂ ਦੱਸਦਿਆ ਨੀਲ ਜੀ, ਮੋਦੀ ਨੇ ਕਿਤੇ ਬੋਲਦਿਆਂ ਹੋਇਆ ਕਿਹਾ ਕਿ ਮੈਂ ਇੱਕ ਨਾ ਬੰਗਲੌਰ ਦੇ ਵਿੱਚ ਇੱਕ ਕਿਸਾਨ ਇੱਕ ਲੱਭਾ, ਉਹਨਾਂ ਨੂੰ ਉਹਦਾ ਨਾਂ ਨਹੀਂ ਲਿਆ ਵੀ ਕੌਣ ਕਿਸਾਨ ਹੈ, ਕੀ ਆ। ਮੈਂ ਉਹਦੇ ਨਾਲ ਗੱਲ ਕੀਤੀ ਤੇ ਉਹਨੇ ਕਿਹਾ ਕਿ ਮੇਰਾ ਜਿਹੜਾ ਬੜਾ ਫਾਇਦਾ ਹੋ ਗਿਆ। ਔਰ ਦੂਸਰਾ ਜਿਹੜਾ ਇੱਕ ਟੀਵੀ ਚੈਨਲ ਵਿਖਾ ਰਿਹਾ ਸੀ, ਉਹ ਦੱਸ ਰਿਹਾ ਸੀ, ਇਹ ਗੋਸਵਾਮੀ ਦਾ ਸੀ ਜਾਂ ਦਾ ਟਾਈਮਜ਼ ਨਾਓ ਦਾ ਸੀ ਸ਼ਾਇਦ, ਕਿਹੜਾ, ਉਹ ਦੱਸ ਰਿਹਾ ਕਿ ਤਰਨਤਾਰਨ ਦੇ ਵਿੱਚ ਔਰ ਇਹਨਾਂ ਹਿੱਸਿਆਂ ਦੇ ਵਿੱਚ ਕਾਂਟਰੈਕਟ ਫਾਰਮਿੰਗ ਦੇ ਨਾਲ 4-5 ਗੁਣਾ ਕਿਸਾਨਾਂ ਦੀ ਆਮਦਨ ਵੱਧ ਗਈ।
ਔਰ ਮੈਂ ਖੁਦ ਤਰਨਤਾਰਨ ਦਾ ਜੇ, ਸਾਨੂੰ ਤਾਂ ਪਤਾ ਨਹੀਂ ਲੱਗਿਆ ਉੱਥੇ, ਮੈਨੂੰ ਤਾਂ ਪਤਾ ਨਹੀਂਗਾ ਉੱਥੇ ਇੱਕ ਵੀ ਕਿਸਾਨ ਜਿਹੜਾ ਵਾ ਉੱਥੇ ਰੋਜ਼ ਹਰ ਵਾਰੀ ਜਾਂਦੇ ਆ, ਪਿੰਡਾਂ 'ਚ ਰਹਿੰਦੇ ਆ, ਸਾਰੇ ਸਾਡੇ ਰਿਸ਼ਤੇਦਾਰ ਉੱਥੇ ਆ, ਸਾਰੇ ਸੱਜਣ ਮਿੱਤਰ ਸਾਰੇ ਉੱਥੇ ਆ। ਔਰ ਉਹ ਤਰਨਤਾਰਨ ਜਿਹੜਾ ਸਭ ਤੋਂ ਬੈਕਵਰਡ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਆ, ਬਾਰਡਰ ਦੇ ਨੇੜੇ ਆ, ਸਾਨੂੰ ਤਾਂ ਕੋਈ ਪਤਾ ਨਹੀਂ। ਮਤਲਬ ਤੁਸੀਂ ਪ੍ਰਚਾਰ ਇਸ ਤਰੀਕੇ ਦਾ ਜਿਹੜਾ ਵਾ ਉਹ ਕਰ ਰਹੇ ਹੋ ਜਿਹਨੂੰ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਤੁਸੀਂ ਤਰਨਤਾਰਨ ਦੇ ਕਿਸਾਨ ਲਿਆਓ ਖਾਂ, ਕਿਸੇ ਹੋਰ ਜ਼ਿਲ੍ਹੇ ਦੇ ਵੀ, ਗੁਰਦਾਸਪੁਰ ਦੇ ਲੈ ਆਓ, ਬਠਿੰਡੇ ਦੇ ਲੈ ਆਓ, ਮਾਨਸੇ ਦੇ ਲੈ ਆਓ, ਉਹਨਾਂ ਲਿਆ ਕੇ ਦੱਸੋ ਵੀ ਇਹ ਕਿਸਾਨ ਜੇ ਦੇਖੋ ਇਹ ਕਹਿ ਰਹੇ ਆ ਕਿ ਸਾਨੂੰ ਕੰਟਰੈਕਟ ਫਾਰਮਿੰਗ ਦੇ ਵਿੱਚ ਜਾਂ ਸਾਨੂੰ ਜਿਹੜੇ ਤਰਨਤਾਰਨ ਵਾਲੇ ਤਾਂ ਸਿੰਘੂ ਬਾਰਡਰ ਤੇ ਬੈਠੇ ਨੇ, ਤੇ ਉਹ ਤਰਨਤਾਰਨ ਜਾ ਕੇ ਕੌਣ ਲੱਭ ਲਿਆ ਉਹਨਾਂ ਨੇ? ਹਰ ਘਰ ਚੋਂ ਜੀ ਕੋਈ ਨਾ ਕੋਈ ਜਿਹੜਾ ਬੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਉੱਥੇ ਆ, ਕੋਈ ਉਹਨਾਂ ਨੂੰ ਸਮਾਨ ਪਹੁੰਚਾ ਰਿਹਾ। ਇਕੱਲਾ ਤਰਨਤਾਰਨ ਨਹੀਂ, ਮੈਂ ਕਹਿੰਦਾ ਜੀ ਸਾਰੇ ਪੰਜਾਬ ਦੇ ਵਿੱਚੋਂ ਇਹ ਹਾਲਤ ਹੈ। ਔਰ ਨੀਲ ਜੀ ਇੱਕ ਵਿਲੱਖਣ ਗੱਲ ਜਿਹੜੀ ਆ ਨਾ, ਤੁਸੀਂ ਨੋਟ ਕਰੋਗੇ, ਸਾਡੇ ਸਰੋਤੇ ਵੀ ਜਿਹੜੇ ਆ ਬੜੇ ਮੈਚੁਰ ਆ, ਸਮਝਦੇ ਇਸ ਗੱਲ ਨੂੰ ਕਿ ਪਹਿਲੀ ਵਾਰ ਆ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹਦੇ ਵਿੱਚ ਕੋਈ ਇੱਕ ਲੀਡਰ ਨਹੀਂ ਹੈ। ਇਹਦੇ ਵਿੱਚ ਇੱਕ ਲੀਡਰ ਨਹੀਂ ਹੈ, ਇਹਦੇ ਵਿੱਚ ਕੱਲਾ ਕਿਸਾਨ ਜਿਹੜਾ ਵਾ ਉਹ ਲੀਡਰ ਹੈ। ਤੁਸੀਂ ਦੇਖੋਗੇ ਕਿ ਇੱਥੋਂ ਜਦੋਂ ਹਰਿਆਣੇ ਦੇ ਬਾਰਡਰ ਜਿਹੜੇ ਆ ਉਹਨਾਂ ਨੇ ਸੀਲ ਕਰ ਦਿੱਤੇ ਤਾਂ ਉਸ ਵੇਲੇ ਕੁਝ ਚਾਹੁੰਦੇ ਸੀ ਕਿ ਆਪਾਂ ਜਿਹੜੀ ਇੱਥੇ ਕਲੈਸ਼ ਹੋਏਗਾ ਆਪਾਂ ਨਾ ਕਰੀਏ, ਪਰ ਕਿਸਾਨਾਂ ਨੇ ਕਿਹਾ ਨਾ, ਅਸੀਂ ਅੱਗੇ ਬਾਰਡਰ ਜਾਣਾ, ਦਿੱਲੀ ਦੇ ਬੂਹੇ ਤੇ ਜਾ ਕੇ ਅਸੀਂ ਬੈਠਣਾ ਵਾ, ਅਸੀਂ ਇੱਥੇ ਸ਼ੰਭੂ ਬਾਰਡਰ ਤੇ ਜਾਂ ਦੂਸਰੇ ਡੱਬ ਵਾਲੇ ਬਾਰਡਰ ਤੇ ਬੈਠਣ ਨਹੀਂ ਆਏ। ਔਰ ਵੇਖੋ ਉਹਨਾਂ ਨੇ ਮਤਲਬ ਕਿਸਾਨਾਂ ਦੇ ਲੀਡਰਾਂ ਨੂੰ ਵੀ ਜਿਹੜਾ ਵਾ ਨਾਲ ਲਾ ਕੇ ਉਹ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਨੇ। ਬਹੁਤ ਵੱਡੀ ਗੱਲ ਆ। ਔਰ ਮੈਚਿਓਰਟੀ ਸਾਡੇ ਕਿਸਾਨ ਆਗੂਆਂ ਦੀ, ਉਹਨਾਂ ਦੇ ਪੈਂਤੜੇ, ਉਹਨਾਂ ਦੀ ਜਿਹੜੀ ਹਰ ਸਟੈਪ ਉਹਨਾਂ ਦਾ ਜਿਹੜਾ ਵਾ ਬਹੁਤ ਹੀ ਜਿਹੜਾ ਸ਼ਲਾਘਾਯੋਗ ਹੈ। ਤੁਸੀਂ ਦੇਖੋ ਕਦੇ ਨਹੀਂ ਹੋਇਆ ਗੱਲਬਾਤ ਦੇ ਵਿੱਚ ਨੀਲ ਜੀ, ਤੁਸੀਂ ਵੇਖਿਆ ਹੋਏਗਾ ਦੁਨੀਆ ਦੇ ਵਿੱਚ ਕਿ ਜਦੋਂ ਕਿਸਾਨ ਅੱਕ ਗਏ, ਕਿਸਾਨ ਆਗੂ ਅੱਕ ਗਏ ਕਿ ਬੋਲੀ ਜਾਣ ਡਿਆ, ਉਹਨਾਂ ਨੇ ਕਿਹਾ ਜੀ ਬੋਲੋ, ਅਸੀਂ ਮੌਨ ਕਰ ਲੈਂਦੇ ਹਾਂ, ਮੌਨ ਰੱਖ ਲੈਂਦੇ ਹਾਂ, ਤੁਸੀਂ ਜੋ ਬੋਲਣਾ ਵਾ ਬੋਲੋ। ਮਤਲਬ ਜਦੋਂ ਜਿਹੜਾ ਇਸ ਤਰੀਕੇ ਨਾਲ ਤੁਸੀਂ ਗੱਲਬਾਤ ਜਿਹੜੇ ਉਹਨਾਂ ਨੂੰ ਕਰ ਰਹੇ ਹੋ, ਉਹਨਾਂ ਨੂੰ ਸਾਰਾ ਕੁਝ ਉਹਨਾਂ ਨੂੰ ਦੱਸ ਰਹੇ ਹੋ, ਤੇ ਹੁਣ ਜਿਹੜਾ ਵਾ ਪਿੱਛੇ ਹਟ ਰਹੇ ਨੇ ਕਿ ਹਾਂ ਅਸੀਂ ਜਿਹੜਾ ਕੁਝ ਚੀਜ਼ਾਂ ਦੇ ਉੱਤੇ ਅਸੀਂ ਅਮੈਂਡ ਕਰ ਲੈਂਦੇ ਹਾਂ, ਸੋਧਾਂ ਕਰ ਲੈਂਦੇ ਹਾਂ, ਪਰ ਅਜੇ ਜਿਹੜੇ ਕਾਨੂੰਨ ਹੈ ਉਹ ਅਸੀਂ ਪੂਰੇ ਤੌਰ ਤੇ ਵਾਪਸ ਨਹੀਂ ਲੈ ਰਹੇ। ਜੀ ਬਾਠ ਸਾਹਿਬ, ਇੱਕ ਚੀਜ਼ ਜ਼ਰੂਰ ਅਸੀਂ ਜਾਣਨਾ ਚਾਹਾਂਗੇ, ਤੁਸੀਂ ਬੜੇ ਨਾਮਵਰ ਵਕੀਲ ਹੋ, ਬਹੁਤ ਸਾਰੇ ਲੋਕ ਤੁਹਾਡੇ ਬਾਰੇ ਜਾਣਦੇ ਵੀ ਆ, ਕੀ ਇਸ ਵਕਤ ਹੁਣ ਪਰਸੋਂ ਨੂੰ 9 ਤਰੀਕ ਨੂੰ ਇੱਕ ਫੈਸਲਾਕੁਨ ਮੀਟਿੰਗ ਹੋਣੀ ਆ, ਕਿਸਾਨ ਆਪਣੀ ਗੱਲ ਤੇ ਅੜੇ ਹੋਏ ਨੇ ਕਿ ਇਹ ਕਾਨੂੰਨ ਦਾ ਵਰਕਾ ਫਾੜੋ। ਉਹ ਕਹਿ ਰਹੇ ਨੇ ਜੀ ਅਸੀਂ ਆਹ 4-5 ਸੋਧਾਂ ਕਰ ਦਿੰਦੇ ਆ, ਤੁਹਾਡੀ ਮਿਨੀਮਮ ਸਪੋਰਟ ਪ੍ਰਾਈਸ ਵਾਲੀ ਗੱਲ ਮੰਨ ਲੈਂਦੇ ਆ, ਤੁਹਾਨੂੰ ਵਾਅਦਾ ਕਰ ਦਿੰਦੇ ਆ ਕਿ ਤੁਹਾਡੀ ਕਣਕ ਝੋਨੇ ਤੇ ਜਿਹੜਾ ਮਿਲ ਰਿਹਾ ਸੀ ਉਹ ਮਿਲਦਾ ਰਹੇਗਾ। ਇੱਕ ਦੋ ਹੋਰ ਚੀਜ਼ਾਂ 'ਚ ਵੀ ਮੱਕੀ ਤੇ ਸੂਰਜਮੁਖੀ ਦੀਆਂ ਵੀ ਗੱਲਾਂ ਆ ਰਹੀਆਂ ਨੇ ਵਿੱਚ। ਤੁਹਾਡੀ ਜੇ ਇੱਕ ਬਤੌਰ ਇੱਕ ਪੇਸ਼ੇਵਰ ਵਕੀਲ ਸਲਾਹ ਦੇਣੀ ਹੋਵੇ ਕਿਸੇ ਕਿਸਾਨ ਨੂੰ, ਫਰਜ਼ ਕਰੋ ਮੈਂ ਕਿਸਾਨ ਆ ਤੇ ਮੈਂ ਸੰਘਰਸ਼ ਕਰ ਰਿਹਾ, ਮੈਨੂੰ ਸਲਾਹ ਦਿਓ ਜੀ ਕਿ ਮੈਨੂੰ ਇਹ ਠੀਕ ਹੈ ਕਿ ਨਹੀਂ ਠੀਕ ਹੈ ਕਾਨੂੰਨ, ਕੀ ਇਹ ਰੱਦ ਕਰਾ ਕੇ ਹੀ ਮੇਰਾ ਗੁਜ਼ਾਰਾ ਹੈ ਜਾਂ ਇਹਦੇ 'ਚ ਸੋਧਾ ਲੈ ਕੇ ਸਮਝੌਤਾ ਕਰਨ 'ਚ ਵੀ ਕੋਈ ਮੇਰੀ ਭਲਾਈ ਹੈ? ਦੇਖੋ ਜੀ, ਸਭ ਤੋਂ ਪਹਿਲੀ ਤਾਂ ਨੀਲ ਜੀ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਜੇ ਹੋ ਜਾਵੇ ਇਹ ਚੀਜ਼ ਕਿ ਕਾਨੂੰਨ ਜਿਹੜੇ ਆ ਬਿਲਕੁਲ ਮੁੱਢੋਂ ਖੁੱਡੋਂ ਖਤਮ ਹੋ ਜਾਣ, ਜੋ ਕਿ ਸੰਭਵ ਹੈ, ਪਾਰਲੀਮੈਂਟ ਦਾ ਦੁਬਾਰਾ ਸੈਸ਼ਨ ਬੁਲਾਇਆ ਜਾਵੇ। ਦੇਖੋ ਤੁਸੀਂ ਇੱਕ ਪੋਲੀਟੀਕਲ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਬਾਕੀ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਹਿੰਦੁਸਤਾਨ ਦੀਆਂ ਨੇ, ਈਵਨ ਕਿ ਦੇਖੋ ਤੁਸੀਂ ਜਿਹੜੀ RSS ਦੀ ਕਿਸਾਨ ਜਥੇਬੰਦੀ ਹੈ ਉਹ ਵੀ ਖੁੱਲ੍ਹ ਕੇ ਸਪੋਰਟ ਨਹੀਂ ਕਰ ਰਹੀ, ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਇਹ ਜਿਹੜਾ ਵਾ ਇਹਦੇ ਵਿੱਚ ਗੜਬੜ ਹੈ, ਗਲਤ ਹੋ ਰਿਹਾ। ਜੁੱਤੀਆਂ ਖਾਣੋਂ ਡਰਦੇ ਨੇ ਨਾ, ਜੁੱਤੀਆਂ ਖਾਣੋਂ ਵੀ ਡਰਦੇ ਨੇ ਤੇ ਲੋਕਾਂ ਦਾ ਮਤਲਬ ਲੋਕਾਂ ਨੂੰ ਫੇਸ ਕਰਨਾ ਵੀ ਔਖਾ ਹੈ। ਹੁਣ ਇਕੱਲੀ ਇੱਕ ਹੀ ਪਾਰਟੀ ਜਿਹੜੀ ਆ ਉਹ ਕਹਿ ਰਹੀ ਕਿ ਇਹ ਸਾਰਾ ਕੁਝ ਠੀਕ ਹੈ, ਬਾਕੀ ਸਾਰਾ ਕੁਝ ਗਲਤ ਹੈ। ਬੜੀ ਵਧੀਆ ਗੱਲ ਹੋਏਗੀ ਕਿ ਜਿਹੜੇ ਕਾਨੂੰਨ ਹੈ ਮੁੱਢੋਂ ਖੁੱਡੋਂ ਖਤਮ ਕਰਕੇ ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕਰੋ, ਸਾਰਿਆਂ ਦੇ ਨਾਲ ਠੰਡੇ ਦਿਲ ਦੇ ਨਾਲ। ਕੋਈ ਐਮਰਜੈਂਸੀ ਇਹਦੇ ਵਿੱਚ ਨਹੀਂ, ਕੋਈ ਜਿਹੜਾ ਸਮਾਨ ਨਹੀਂ ਡਿੱਗ ਪੈਣ ਲੱਗਾ ਕਿ ਜੇ ਜਿਹੜਾ ਵਾ ਇੰਨੇ ਚਿਰ ਦਾ ਕੰਮ ਚੱਲਿਆ ਆ ਰਿਹਾ ਸੀ ਹੋਰ 2 ਸਾਲ ਜਿਹੜਾ ਵਾ ਚੱਲੇ। ਇੱਕ ਡਿਸਕਸ਼ਨ ਜਿਹੜੀ ਆ ਉੱਪਰੋਂ ਲੈ ਕੇ ਥੱਲੇ ਤੱਕ ਹੋਵੇ। ਵੈਸੇ ਵੀ ਜਿਹੜੀ ਮੋਟੀ ਫਸਲ ਹੈ ਉਹ ਤਾਂ ਜਾ ਕੇ ਅਪ੍ਰੈਲ ਚ ਆਣੀ ਆ, ਹੁਣ ਫਸਲ ਵੀ ਨਹੀਂ ਆਉਣੀ 3 ਮਹੀਨੇ ਦਾ ਮੋਟੀ। ਮੈਂ ਕਹਿੰਦਾ ਕਿ ਜੇ ਅਗਲੀਆਂ 2-4 ਫਸਲਾਂ ਵੀ ਨਿਕਲ ਜਾਂਦੀਆਂ ਤਾਂ ਫਿਰ ਕੀ ਹੋ ਰਿਹਾ? MSP ਇਸੇ ਤਰ੍ਹਾਂ ਕੰਟੀਨਿਊ ਰੱਖਣ, ਸਟੇਟਸ ਕੋ ਰੱਖਣ, ਜੋ ਅੱਜ ਹੈ ਹਾਲਾਤ ਉਸੇ ਤਰ੍ਹਾਂ ਰੱਖਣ, ਉਹਦੇ ਨਾਲ ਸਹਿਮਤੀ ਕਰਨ, ਲੋਕਾਂ ਦੀ ਕੰਸਲਟ ਕਰਨ, ਗੱਲਬਾਤ ਕਰਨ ਤੇ ਫਿਰ ਲੱਭੋ ਰਾਹ ਕਿ ਹਾਂ ਇਹ ਜਿਹੜੀ ਚੀਜ਼ ਹੈ ਬਦਲਦੀਆਂ ਹੋਈਆਂ ਹਾਲਤਾਂ 'ਚ ਸਾਨੂੰ ਕੋਈ ਜ਼ਰੂਰਤ ਹੈ, ਅਸੀਂ ਇਸ ਤਰੀਕੇ ਨਾਲ ਕਰ ਲਈਏ ਤੇ ਕਿਸਾਨ ਦੇ ਲਈ ਵੀ, ਸਰਕਾਰ ਦੇ ਲਈ ਵੀ ਤੇ ਲੋਕਾਂ ਦੇ ਲਈ ਵੀ ਸਾਰਾ ਕੁਝ ਠੀਕ ਹੋਊਗਾ। ਪਰ ਉਹ ਬਿਜਤ ਅੜੇ ਨੇ। ਹਾਂ, ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰਸਤਾ ਕੀ ਹੋਵੇ, ਇੱਕ ਰਸਤਾ ਜਿਹੜਾ ਵਾ ਇਹ ਹੈ ਬਿਲਕੁਲ ਕਿ ਇੱਕ ਸਾਰੇ ਕਾਨੂੰਨ ਜਿਹੜੇ ਆ ਉਹ ਖਤਮ ਹੋਣੇ ਚਾਹੀਦੇ ਆ, ਇਹ ਕਿਸਾਨ ਦੇ ਹਿੱਤ ਵਿੱਚ ਨਹੀਂ। ਸੈਕੰਡ ਇੱਕ ਰਸਤਾ ਹੁੰਦਾ ਜੀ
ਕਿ ਜਿਹੜੀਆਂ ਮੱਦਾਂ ਕਿਸਾਨ ਦੇ ਉੱਤੇ ਸੱਟ ਮਾਰਦੀਆਂ ਨੇ ਜੀ, ਬਿਲਕੁਲ ਡਾਇਰੈਕਟਲੀ ਹਿੱਟ ਕਰ ਰਹੀਆਂ ਨੇ, ਜਿਹੜੀਆਂ ਪ੍ਰੋਵੀਜ਼ਨ ਮਸਲਨ ਕੁਝ ਤੁਸੀਂ 2-4 ਨਾਂ ਲੈ ਸਕਦੇ ਹੋ, ਕਿਹੜੀ ਮਦਦ? ਜਿਹੜੀ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਪ੍ਰਾਈਵੇਟ ਪਲੇਅਰ ਹੈ, ਹਾਂਜੀ, ਜਦੋਂ ਉਹਨੇ ਆਉਣਾ ਵਾ ਉਹਦਾ ਕੀ ਨੁਕਸਾਨ ਹੋਣਾ ਵਾ ਉਹ ਬਿਲਕੁਲ ਕਲੀਅਰ ਹੈ, ਉਹਦੇ ਤੇ ਐਕਸਪਲੇਨ ਕਰਨ ਦੀ ਲੋੜ ਨਹੀਂ। ਜਦੋਂ ਉਹਨੇ ਆ ਕੇ ਆਪਦੀ ਵੱਖਰੀ ਮੰਡੀ ਲਾਉਣੀ ਹੈ ਤੇ ਕਿਵੇਂ ਕਰਨਾ, ਉਹਦੇ ਵਿੱਚੋਂ MSP ਜਿਹੜੀ ਸਾਡੀ ਸਪੋਰਟਿੰਗ ਪ੍ਰਾਈਸ ਹੈ ਉਹਦੇ ਉੱਤੇ ਵੀ ਜਿਹੜੀ ਆ ਉਹ ਲੰਮੇ ਸਮੇਂ 'ਚ ਸੱਟ ਵੱਜਣੀ, ਜਿਹੜਾ ਕਿ ਇਹਨਾਂ ਦੀ ਨੀਤੀ ਹੈ ਅੰਦਰੋਂ। ਇਹ ਮਤਲਬ ਜਿਹੜਾ ਕਰ ਰਹੇ ਆ ਕਿ ਅਸੀਂ ਇਹਨੂੰ 1-2 ਸਾਲ ਦੇ ਵਿੱਚ 3 ਸਾਲ ਦੇ ਵਿੱਚ ਇਹਨੂੰ ਕਰ ਦੇਣਾ, ਕਿਉਂਕਿ ਬਿਲਕੁਲ ਉਹ ਲੁਕਾਉਂਦੇ ਨਹੀਂ। ਇਹ BJP ਜਿਹੜੀ ਹੈ ਲੁਕਾਉਂਦੀ ਨਹੀਂ, ਉਹ ਕਹਿੰਦੇ ਕਿ ਸਾਡੇ ਕੋਲ ਤਾਂ 3 ਸਾਲ ਦਾ ਅਨਾਜ ਇੰਨਾ ਵੱਡਾ ਪਿਆ, ਸਾਡੇ ਕੋਲ ਤਾਂ ਰੱਖਣ ਲਈ ਜਿਹੜੇ ਉਹ ਦਾਣੇ ਜਗ੍ਹਾ ਨਹੀਂ ਹੈ, ਤੇ ਅਸੀਂ ਕਿਉਂ ਇਹ MSP ਕਰੀਏ। ਉਹਨਾਂ ਦੇ ਲੋਕ ਜਿਹੜੇ ਉਹ ਕਹਿ ਰਹੇ ਨੇ, ਸਿੱਧੇ ਤੌਰ 'ਤੇ ਕਹਿ ਰਹੇ ਨੇ। ਇਸ ਕਰਕੇ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਇਸ ਤਰੀਕੇ ਨਾਲ ਜਿਹੜੀਆਂ ਵੱਡੀਆਂ ਸੋਧਾਂ ਹੋਣ, ਉਹ ਸਾਰੀਆਂ ਸੋਧਾਂ ਕੰਟਰੈਕਟ ਫਾਰਮਿੰਗ ਵਾਲੀ ਜਿਹੜੀ ਆ ਉਹ ਹੋਵੇ, MSP ਜਿਹੜੀ ਆ ਉਹ ਗਰੰਟੀਡ ਜਿਹੜਾ ਵਿੱਚ ਪ੍ਰੋਵੀਜ਼ਨ ਪਾਈ ਜਾਵੇ, ਜਦੋਂ ਬਾਕੀ ਸਾਰੀਆਂ ਪਈਆਂ ਤੇ ਉਹ ਕਿਉਂ ਨਹੀਂ ਪਾ ਰਹੇ। ਸੈਕੰਡਰੀ ਇਲੈਕਟ੍ਰਿਸਿਟੀ ਜਿਹੜਾ ਬਿੱਲ ਲਿਆਂਦਾ, ਜਿਹੜਾ ਬਿਜਲੀ ਦਾ ਬਿੱਲ ਲਿਆਂਦਾ, ਉਹ ਵਾਪਸ ਲਿਆ ਜਾਵੇ। ਇਹ ਹੋਵੇ ਕਿ ਜਿਹੜਾ ਸੂਬਿਆਂ ਦੇ ਅਧਿਕਾਰ ਹੈ ਇਹ ਐਗਰੀਕਲਚਰ, ਬਿਜਲੀ ਤੇ ਹੋਰ ਚੀਜ਼ਾਂ ਤੇ ਨਾਂ ਤੇ ਜਿਵੇਂ ਇੰਟਰਫੀਅਰ ਕਰ ਰਹੇ ਨੇ, ਉਹ ਇੰਟਰਫੀਅਰ ਬੰਦ ਹੋਵੇ। ਕੰਟਰੈਕਟ ਫਾਰਮਿੰਗ ਦਾ ਜਿਹੜਾ ਕਨਸੈਪਟ ਹੈ ਉਹ ਬਿਲਕੁਲ ਚੇਂਜ ਹੋਵੇ। ਫਿਰ ਜਿਹੜਾ ਕਿ ਜੇ ਕਿਸਾਨ ਜਿਹੜਾ ਵਾ ਉਹ ਕਿਸੇ ਗੱਲ ਤੋਂ ਪੀੜਤ ਹੁੰਦਾ, ਕੋਈ ਸ਼ਿਕਾਇਤ ਹੁੰਦੀ ਹੈ ਤੇ SDM ਕੋਲ ਜਾਊਗਾ। SDM ਸਾਨੂੰ ਪਤਾ ਨਹੀਂ SDM ਕਰਦੇ ਕੀ ਨੇ ਇੱਥੇ ਸਾਡੇ ਪੰਜਾਬ ਦੇ ਜਾਂ ਹਰਿਆਣੇ ਜਾਂ ਬਾਕੀ ਦੇਸ਼ ਦੇ ਹਿੱਸਿਆਂ ਦੇ ਵਿੱਚ। SDM ਦਾ ਕਸੂਰ ਨਹੀਂ ਜੀ, ਕਸੂਰ ਤਾਂ ਸਿਸਟਮ ਦਾ। ਸਿਸਟਮ ਤੁਸੀਂ ਆਪ ਹੀ ਕਰਪਟ ਬਣਾਇਆ ਹੋਇਆ। ਪਰ ਜਦੋਂ ਸਾਡੇ ਕੋਲ ਆਲਰੇਡੀ ਇੱਕ ਕੋਰਟ ਸਿਸਟਮ ਹੈ, ਸਾਡੇ ਕੋਲ ਜਿਹੜਾ ਵਾ ਕੋਰਟਾਂ ਦਾ ਜਿਹੜੇ ਜੱਜ ਬੈਠੇ ਨੇ, ਜਿਹੜੇ ਅਸਲ 'ਚ ਨਿਆਂ ਕਰਦੇ ਨੇ। ਡਿਸਪਿਊਟ ਐਡਰੈਸਲ SDM ਤਾਂ ਇੱਕ ਐਡਮਿਨਿਸਟ੍ਰੇਟਰ ਹੈ ਜੀ, ਐਡਮਿਨਿਸਟ੍ਰੇਟਰ ਹੈ। ਜਿਹੜਾ ਅਸਲ ਨਿਆਂ ਜਿਹੜਾ ਦੇਣਾ ਵਾ ਉਹ ਤਾਂ ਕੋਰਟ ਜਿਹੜੀਆਂ ਸਾਡੀਆਂ ਅਦਾਲਤਾਂ ਨੇ, ਉਹਦਾ ਜਿਹੜਾ ਸਿਸਟਮ ਹੈ ਉਹਨਾਂ ਨੇ ਦੇਣਾ। ਔਰ ਇਹ ਹੋਰ ਬਾਕੀ ਸਾਰੇ ਜਿਹੜੇ ਕੰਸਰਨ ਹੈ, ਜਿਹੜੇ ਕਿਸਾਨਾਂ ਦੇ ਸੰਜੀਦਾ ਕੰਸਰਨ ਨੇ, ਉਹਨਾਂ ਦਾ ਚਿੰਤਾ ਦੇ ਵਿਸ਼ੇ ਨੇ, ਜੇ ਉਹ ਸਾਰੀਆਂ ਐਕਸੈਪਟ ਹੁੰਦੀਆਂ ਨੇ ਤੇ ਇਹ ਇੱਕ ਸੈਕੰਡ ਆਪਸ਼ਨ ਵੀ ਜਿਹੜਾ ਵਾ ਹੋ ਜਾਂਦਾ। ਮੈਂ ਤਾਂ ਜੋ ਮਤਲਬ ਪੋਸੀਬਿਲਿਟੀ ਆ ਉਹਦੇ ਬਾਰੇ ਕਹਿ ਰਿਹਾ। ਬਾਕੀ ਤਾਂ ਇਹ ਜੋ ਕਿਸਾਨ ਜਥੇਬੰਦੀਆਂ ਨੇ ਬੜੀਆਂ ਮੈਚਿਓਰ ਨੇ, ਬੜੀਆਂ ਕਲੀਅਰ ਨੇ ਇਸ ਇਸ਼ੂ ਦੇ ਉੱਤੇ। ਉਹਨਾਂ ਨੂੰ ਪਤਾ ਹੈ ਕਿ ਸਾਡੇ ਕਿਸਾਨਾਂ ਦਾ ਕੀ ਫਾਇਦਾ, ਸਾਡੇ ਹਿੱਤ ਦੇ ਵਿੱਚ ਕੀ ਹੈ ਤੇ ਸਾਡੇ ਖਿਲਾਫ ਕੀ ਹੈ। ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਵਾ ਉਹ ਦੇਖ ਕੇ ਕਰਨਾ। ਮੈਨੂੰ ਉਮੀਦ ਹੈ ਕਿ ਇਹ ਅੰਦੋਲਨ ਜਿਹੜਾ ਵਾ, ਇਹ ਸੰਘਰਸ਼ ਜਿਹੜਾ ਵਾ, ਜਿਹਦੇ ਵਿੱਚ ਬੱਚਾ ਹਿੱਸਾ ਪਾ ਰਿਹਾ, ਜਿੱਥੇ ਵੀ ਦੁਨੀਆ ਦੇ ਵਿੱਚ ਕਿਤੇ ਬੈਠਾ ਕਿਸਾਨਾਂ ਦੇ ਨਾਲ ਕਰਦਾ। ਹਰਿਆਣੇ ਦੇ ਵੇਖੋ ਜੀ ਕਿਸ ਤਰੀਕੇ ਨਾਲ ਉਹ ਲੋਕ ਜਿਹੜੇ ਆ ਐ ਖੁੱਲ੍ਹੇਆਮ ਆ ਰਹੇ। ਦੁਸ਼ਯੰਤ ਚੁਟਿਆਲਾ ਨੂੰ ਜਿਹੜਾ ਵਕਤ ਪੈ ਗਿਆ, ਉਹਦੇ 10 MLA 'ਚੋਂ 7 MLA ਟੁੱਟ ਗਏ, ਜਿਹੜੇ ਆ ਉਹ ਮਤਲਬ ਸਪੋਰਟ ਕਰ ਰਹੇ ਨੇ। UP ਦੇ ਵਿੱਚ ਜਿਹੜਾ ਅੱਜ ਜਿਹੜਾ ਅਖਿਲੇਸ਼ ਯਾਦਵ ਹੈ, ਉਹਨੇ ਪੂਰੇ ਡੈਮੋਸਟ੍ਰੇਸ਼ਨ ਦਾ ਜਿਹੜਾ ਵਾ ਉਹ ਅੱਜ ਕਾਲ ਦਿੱਤੀ ਸੀ, ਉਹਨੂੰ ਰੋਕ ਲਿਆ ਕਿ ਕੋਵਿਡ ਆ ਗਿਆ। ਜਦੋਂ ਤੁਸੀਂ ਇਲੈਕਸ਼ਨਾਂ ਕਰਾ ਰਹੇ ਹੋ ਉਦੋਂ ਕੋਵਿਡ ਨਹੀਂ ਹੈ, ਜਦੋਂ RSS ਜਿਹੜਾ ਵਾ ਉੱਥੇ ਦੁਸਹਿਰਾ ਗਰਾਊਂਡ 'ਚ ਰੈਲੀਆਂ ਕਰ ਰਹੇ ਆ ਉਦੋਂ ਕੋਵਿਡ ਨਹੀਂ ਹੈ। ਪਾਰਲੀਮੈਂਟ ਦਾ ਸੈਸ਼ਨ ਤੁਸੀਂ ਬੁਲਾ ਕੇ ਕਾਲੇ ਕਾਨੂੰਨ ਜਿਹੜੇ ਆ ਉਹ ਕਾਲੀ 'ਚ ਪਾਸ ਕਰਾ ਦੇ, ਉਦੋਂ ਕੋਵਿਡ ਨਹੀਂ ਸੀ ਹੈ, ਉਦੋਂ ਕਰੋਨਾ ਨਹੀਂ ਸੀ ਹੈ। ਹੁਣ ਜੇ ਕਿਸਾਨ ਜਿਹੜੇ ਆ ਉਹ ਆਪਣੀ ਗੱਲ ਕਹਿਣ ਆਉਂਦੇ ਆ ਸੜਕਾਂ ਦੇ ਉੱਤੇ, ਆਪਣਾ ਪ੍ਰੋਟੈਸਟ ਕਰਦੇ ਆ, ਤੇ ਤੁਸੀਂ ਜਿਹੜਾ ਵਾ ਕਰੋਨਾ ਦਾ ਬਹਾਨਾ ਲਾਉਂਦੇ ਹੋ। ਮੈਨੂੰ ਪੂਰੀ ਉਮੀਦ ਹੈ ਕਿ ਇਸ ਅੰਦੋਲਨ ਦੇ ਵਿੱਚ ਕਿਸਾਨ ਦੀ ਜਿਹੜੀ ਹੈ ਉਹ ਜਿੱਤ ਹੋਊਗੀ ਔਰ ਇੱਕ ਇਤਿਹਾਸਕ ਜਿਹੜੀ ਲੜਾਈ ਹੈ ਇਹ ਹੋਊਗੀ। ਔਰ ਜਿਹੜੀ ਇਹ ਇਤਿਹਾਸਕ ਲੜਾਈ ਜਿਹਦੇ 'ਚ ਪੰਜਾਬੀ ਹਮੇਸ਼ਾ ਹੀ ਅੱਗੇ ਹੋ ਕੇ ਲੜਦੇ ਰਹੇ ਆ, ਜਿਹੜਾ ਸ਼ੁਰੂ ਹੋਇਆ ਸੀ ਭਗਤ ਸਿੰਘ ਤੋਂ ਲੈ ਕੇ ਗਦਰੀ ਬਾਬਿਆਂ ਤੋਂ ਲੈ ਕੇ, ਉਹ ਜਿਹੜੀ ਲੜਾਈ ਪਗੜੀ ਸੰਭਾਲ ਜਟਾਵਾੜੀ ਲੜਾਈ ਜਿਹੜੀ ਹੈ, ਜਿਹੜੀ ਮੁਜਾਰਾ ਲਹਿਰ, ਤੇਜਾ ਸਿੰਘ ਸੁਤੰਤਰ ਹੋਰਾਂ ਨੇ ਇਹ ਸਾਰੇ ਪੈਪਸੂ ਦੇ ਵਿੱਚ ਏਰੀਏ ਦੇ ਵਿੱਚ ਲੜੀ, ਮੁਜਾਰਿਆਂ ਨੂੰ ਜਿਹੜਾ ਸੀ ਉਹ ਮਾਲਕ ਬਣਾਇਆ। ਇਹ ਹੁਣ ਜਿਹੜੀ ਇੱਕ ਨਵੀਂ ਤਰ੍ਹਾਂ ਦੀ ਲੜਾਈ ਕਿਸਾਨਾਂ ਨੂੰ ਗੁਲਾਮ ਬਣਾਉਣ ਦੀ, ਕਹਿੰਦੇ ਕਿਸਾਨ ਦੀ ਮੁਕਤੀ ਕਰਤੀ। ਮੁਕਤੀ ਤੁਸੀਂ ਕਿਸਾਨ ਦੀ ਨਹੀਂ ਕੀਤੀ, ਕਿਸਾਨ ਨੂੰ ਤਾਂ ਗੁਲਾਮ ਬਣਾ ਰਹੇ ਹੋ ਇਹਨਾਂ ਅਬਾਨੀਆਂ ਅੰਡਾਨੀਆਂ ਦਾ, ਸਰਮਾਏਦਾਰਾਂ ਦਾ। ਉਹਨਾਂ ਦੀ ਜ਼ਮੀਨ ਤੁਹਾਨੂੰ ਜਿਹੜੀ ਹੈ ਉਪਜਾਊ ਜ਼ਮੀਨ ਤੁਹਾਨੂੰ ਜਿਹੜੀ ਦੁਖਦੀ ਹੈ, ਚੁਭਦੀ ਹੈ, ਉਹਦੇ ਤੇ ਤੁਸੀਂ ਕੰਟਰੋਲ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਔਰ ਉਹ ਲੜਾਈ ਜਿਹੜੀ ਮੈਂ ਕਹਿ ਰਿਹਾ ਜਿਹੜੀ ਚੱਲੀ ਆ ਰਹੀ ਹੈ, ਉਹ ਲੜਾਈ ਜਿਹੜੀ ਇੱਕ ਨਵੇਂ ਦੌਰ ਦੇ ਵਿੱਚ ਹੈ। ਔਰ ਇਹ ਨਵੇਂ ਦੌਰ ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਗੱਲ ਹੈ ਕਿ ਸਾਰਾ ਜਿਹੜੀ ਸਾਡੇ ਕਿਸਾਨ ਹੈ, ਸਾਡੇ ਜਿਹੜੇ ਲੋਕ ਹੈ ਉਹ ਚੇਤੰਨ ਹੋਏ ਨੇ। ਉਹਨਾਂ ਦੇ ਵਿੱਚ ਵਿਸ਼ਵਾਸ ਹੈ ਕਿ ਅਸੀਂ ਜਿਹੜਾ ਲੜ ਸਕਦੇ ਹਾਂ ਤੇ ਅਸੀਂ ਜਿੱਤ ਸਕਦੇ ਹਾਂ। ਸਾਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਕੱਲ੍ਹ ਦਾ ਬੰਦ ਜਿਹੜਾ ਵਾ, ਜਿਹਨੂੰ ਸਾਰੇ ਹਮਾਇਤ ਕਰ ਰਹੇ ਨੇ, ਬੜੀ ਵੱਡੀ ਇੱਕ ਜ਼ਬਰਦਸਤ ਜਿਹੜੀ ਕਾਲ ਹੈ ਜਿਹੜੀ ਸਫਲ ਹੋਏਗੀ। ਔਰ ਇਹਨਾਂ ਨੂੰ ਅਕਲ ਆਵੇ
ਘੱਟ ਜਾਂ ਵੱਧ ਕੇ ਸਾਡੇ ਲੋਕ ਨੇ, ਸਾਡੇ ਦੇਸ਼ ਦੇ ਨਾਗਰਿਕ ਨੇ, ਸਾਡੇ ਦੁਸ਼ਮਣ ਨਹੀਂ ਹੈ, ਅਸੀਂ ਦੁਸ਼ਮਣ ਬਣ ਕੇ ਉਹਨਾਂ ਨਾਲ ਡੀਲ ਕਰੀਏ। ਉਹ ਬੰਦ ਜਿਹੜਾ ਵਾ ਉਹ ਕੱਲ ਇੱਕ ਨਵਾਂ ਰਾਹ ਜਿਹੜਾ ਦਸਾਏਗਾ ਤੇ ਮੈਨੂੰ ਉਮੀਦ ਆ ਪੂਰੀ ਕਿ ਜਿਹੜੇ ਕਿਸਾਨ ਆ ਉਹ ਜਿੱਤਣਗੇ। ਜੀ ਬਿਲਕੁਲ, ਐਡਵੋਕੇਟ ਬਾਠ ਉਹਨਾਂ ਦੇ ਆਪਾਂ ਨਾਲ ਗੱਲ ਕੀਤੀ ਹੈ। ਗੱਲਬਾਤ ਥੋੜੀ ਲੰਮੀ ਜ਼ਰੂਰ ਹੋ ਗਈ ਹੈ, ਪਰ ਇਹ ਇੰਨੀਆਂ ਜੋਸ਼ੀਲੀਆਂ ਗੱਲਾਂ ਤੇ ਇੰਨੀ ਪਰਪੱਕਤਾ ਵਾਲੀਆਂ ਗੱਲਾਂ ਜੋਸ਼ ਨਾਲ ਸੁਣਨੀਆਂ, ਇਹ ਮੇਰੇ ਖਿਆਲ 'ਚ ਇਹੀ ਪ੍ਰਾਪਤੀ ਹੈ ਸੰਘਰਸ਼ ਦੀ ਕਿ ਸਾਡੇ ਬੁਲਾਰੇ ਜਿਹੜੇ ਨੇ ਉਹ ਸੂਝਵਾਨ ਹੋਣ ਦੇ ਨਾਲ ਨਾਲ ਉਹ ਜਦੋਂ ਤੁਹਾਨੂੰ ਉਹਨਾਂ ਨੇ ਗੱਲ ਸਮਝਾਉਣੀ ਹੈ ਤਾਂ ਉਹਨਾਂ ਨੂੰ ਜੋਸ਼ ਭਰਨਾ ਵੀ ਆਉਂਦਾ ਹੈ। ਤੇ ਆਪਾਂ ਇਸੇ ਜੋਸ਼ੀਲੇ ਨੋਟ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਤੇ ਕੱਲ ਦੇ ਬੰਦ ਤੋਂ ਬਾਅਦ ਪਰਸੋਂ ਮੋਰਚਾ ਫਤਿਹ ਕਰਨ ਤੋਂ ਬਾਅਦ ਮੁੜ ਕੇ ਫਿਰ ਆਪਾਂ ਜਨਤਾ ਦੀ ਕਚਹਿਰੀ 'ਚ ਹਾਜ਼ਰ ਹੋਵਾਂਗੇ ਜੀ। ਬਹੁਤ ਮਿਹਰਬਾਨੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।